ਇਹ ਵੀਡੀਓ ਖਾਸ ਕਰਕੇ ਲੇਡੀਜ਼ ਵਾਸਤੇ ਬਣਾਈ ਜਾ ਰਹੀ ਹੈ। ਇੱਟ ਸਿੱਟ ਦੀ ਜੜ ਲੈ ਲੈਣੀ ਹੈ ਤੁਸੀਂ। ਦਾਣਿਆਂ ਤੇ ਖਾਰਸ਼ ਤੇ ਧਦਰੀ ਤੇ ਚੰਬਲ ਤੇ ਕਰੀਮਾਂ ਬਣਦੀਆਂ ਵੈਸਲਿਨ ਜਿਹਨੂੰ ਕਹਿੰਦੇ ਨੇ ਉਹ ਮਿਲਦੀ ਹੈ ਨਾ ਬਾਹਰੋਂ ਮਾਰ ਉਹ ਲੈ ਲੈਣੀ। ਦੱਬੇ ਰਹਿੰਦੇ ਨੇ, ਪਰੇਸ਼ਾਨ ਰਹਿੰਦੇ ਨੇ, ਡਿਪਰੈਸ਼ਨ ਦੇ ਮਰੀਜ਼ ਹੋ ਗਏ ਨੇ जी। बिस्मिल्लाह रहमान रहीम, अस्सलाम वालेकुम रहमतुल्लाहि व बरकातहू। आज की मेरी वीडियो जो है ना ये लेडीज़ वास्ते मेरिया मावां भैनां बेटियां वास्ते आ ਜਿਹੜੀਆਂ ਪਰੇਸ਼ਾਨ ਨੇ, ਜਿਨ੍ਹਾਂ ਨੂੰ ਮਾਹਵਾਰੀ ਦਾ ਮਸਲਾ ਹੈ ਔਰ ਉਹ ਦਵਾਈ ਲੈਣ ਵਾਸਤੇ ਵੀ ਜਦੋਂ ਨਾ ਕਿਸੇ ਕੋਲ ਮੈਡੀਸਿਨ ਵੀ ਲੈਣ ਵਾਸਤੇ ਜਾਂਦੀਆਂ ਨੇ ਤਾਂ ਸ਼ਰਮਾਉਂਦੀਆਂ ਨੇ। ਮੇਰਾ ਨੁਸਖਾ ਨੋਟ ਕਰ ਲਓ, ਇਨਸ਼ਾਅੱਲਾ ਤਾਲਾ ਬੜਾ ਫਾਇਦੇ 'ਚ ਰਹੇਗਾ। ਔਰ ਜਿਨ੍ਹਾਂ ਬੱਚੀਆਂ ਦਾ ਮਸਲਾ ਹੈ ਉਹਨਾਂ ਨੂੰ ਵੀ ਸ਼ੇਅਰ ਕਰ ਦੇਣਾ ਤਾਂ ਕਿ ਉਹਨਾਂ ਦੇ ਕੰਮ ਆ ਜਾਏ। ਤੁਹਾਨੂੰ ਪਤਾ ਹੈ ਕਿ ਮੈਂ ਨੁਸਖਾ ਦੱਸਣਾ ਵਾ ਬਹੁਤ ਕਮ, ਅਗਰ ਜਿਹੜਾ ਵੀ ਨੁਸਖਾ ਦੱਸਾਂ ਕਾਬਲੇ ਇੱਜ਼ਤ ਔਰ ਕਾਬਲੇ ਤਮਾਦ ਜਿਹੜਾ ਹੁੰਦਾ ਹੈ ਨਾ, ਜਿਹਦੇ ਤੇ ਮੈਨੂੰ ਯਕੀਨ ਔਰ ਭਰੋਸਾ ਹੁੰਦਾ ਹੈ, ਮੈਂ ਉਹ ਨੁਸਖਾ ਦੱਸਣਾ ਤਾਂ ਕਿ ਲੋਕਾਂ ਦਾ ਫਾਇਦਾ ਹੋ ਸਕੇ ਔਰ ਲੋਕਾਂ ਨੂੰ ਰਿਜ਼ਲਟ ਮਿਲ ਸਕੇ। ਪਿੰਡਾਂ ਦੇ ਅੰਦਰ ਜਿਹੜੀਆਂ ਬੀਬੀਆਂ ਰਹਿੰਦੀਆਂ ਨੇ ਨਾ, ਜਿਹੜੀਆਂ ਬੱਚੀਆਂ ਰਹਿੰਦੀਆਂ ਨੇ ਔਰ ਜਿਹੜੇ ਦੋਸਤ ਸਾਡੇ ਭਾਈ ਪਿੰਡਾਂ ਦੇ ਅੰਦਰ ਰਹਿੰਦੇ ਨੇ, ਉਹਨਾਂ ਨੂੰ ਇਸ ਜੜੀ ਬੂਟੀ ਦੇ ਬਾਰੇ ਪਤਾ ਹੈ। ਜਿਨ੍ਹਾਂ ਨੂੰ ਮਾਹਵਾਰੀ ਦਾ ਮਸਲਾ ਹੈ ਨਾ ਬੱਚੀਆਂ ਨੂੰ, ਉਹ ਜ਼ਰਾ ਬੱਚੀਆਂ ਇਹ ਗੱਲ ਨੂੰ ਗੌਰ ਨਾਲ ਸੁਣ ਲੈਣ। ਔਰ ਜਿਹੜੇ 18 ਸਾਲ ਤੋਂ ਕਮ ਉਮਰ ਦੀਆਂ ਬੇਟੀਆਂ ਜਾਂ ਬੱਚੇ ਨੇ ਨਾ, ਉਹ ਇਸ ਵੀਡੀਓ ਨੂੰ ਬਿਲਕੁਲ ਨਾ ਦੇਖਣ ਤਾਂ ਕਿ ਇਹ ਵੀਡੀਓ ਖਾਸ ਕਰਕੇ ਲੇਡੀਜ਼ ਵਾਸਤੇ ਬਣਾਈ ਜਾ ਰਹੀ ਹੈ। ਅੱਛਾ ਜੀ, ਇੱਟ ਸਿੱਟ ਦਾ ਤਾਂ ਸਾਰਿਆਂ ਨੂੰ ਪਤਾ। ਇੱਟ ਸਿੱਟ ਨਹੀਂ ਹੁੰਦੀ ਜਿਹੜੀ ਫਸਲਾਂ ਦੇ ਅੰਦਰ ਬਾਹਰ ਆਪਣਾ ਤੁਸੀਂ ਜਾਂਦੇ ਹੋ ਤੇ ਪੈਲੀਆਂ ਦੇ ਅੰਦਰ ਜਿਹੜੀ ਹੁੰਦੀ ਹੈ ਇੱਟ ਸਿੱਟ, ਜਿਹਨੂੰ ਅਸੀਂ ਬੋਲਦੇ ਹਾਂ ਪੰਜਾਬੀ ਦੇ ਵਿੱਚ, ਕਿਉਂ ਜੀ ਹਕੀਮ ਸਾਹਿਬ? ਉਸ ਇੱਟ ਸਿੱਟ ਦੀ ਜੜ ਲੈ ਲੈਣੀ ਹੈ ਤੁਸੀਂ। ਜੜ ਲੈ ਕੇ ਕੀ ਕਰਨਾ ਹੈ ਕਿ ਉਹਦੀ ਜੜ ਲੈਣ ਤੋਂ ਬਾਅਦ ਉਹਨੂੰ ਚੰਗੇ ਤਰੀਕੇ ਨਾਲ ਸਾਫ਼ ਕਰ ਲੈਣਾ। ਸਾਰਾ ਸਾਫ਼ ਕਰਨ ਤੋਂ ਬਾਅਦ ਤੁਸੀਂ ਉਹਦੇ ਉੱਤੇ ਵੈਸਲਿਨ ਲਾ ਲੈਣੀ ਹੈ। ਜਿਹੜੀ ਦਾਣਿਆਂ ਤੇ ਖਾਰਸ਼ ਤੇ ਧਦਰੀ ਤੇ ਚੰਬਲ ਤੇ ਕਰੀਮਾਂ ਬਣਦੀਆਂ ਵੈਸਲਿਨ ਜਿਹਨੂੰ ਕਹਿੰਦੇ ਨੇ ਉਹ ਮਿਲਦੀ ਹੈ ਨਾ ਬਾਹਰੋਂ ਮਾਰ ਉਹ ਲੈ ਲੈਣੀ। ਉਹਦੇ ਉੱਤੇ ਲਾ ਲੈਣੀ, ਤੇਲ ਨਹੀਂ ਲਾਣਾ। ਮੈਂ ਇੱਕ ਪਿੱਛੇ ਜੀ ਇੱਕ ਬੰਦੇ ਨੂੰ ਨੁਸਖਾ ਦੱਸਿਆ ਤੇ ਉਹਨੇ ਆਪਣੇ ਕੋਲੋਂ ਜੋੜ ਕੇ ਨਾ ਇੱਕ ਲਫ਼ਜ਼ ਕਿ ਇਹਦੇ ਤੇ ਤੇਲ ਇਸਤੇਮਾਲ ਕਰਨਾ। ਜਿਹੜਾ ਤੇਲ ਹੁੰਦਾ ਹੈ ਨਾ, ਉਹ ਉਹਦੇ ਅਸਰਾਤ ਜਿਹੜੇ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦੇਗਾ। ਮੇਰਾ ਤੁਹਾਨੂੰ ਅਸਲ ਮਕਸਦ ਹੈ ਪੰਜਾਬੀ 'ਚ ਸਿੱਧੀ ਸਿੱਧੀ ਗੱਲ ਨੂੰ ਸਮਝਾਉਣਾ ਤਾਂ ਕਿ ਕਈਆਂ ਲੋਕਾਂ ਨੂੰ ਉਰਦੂ 'ਚ ਵੀ ਸਮਝ ਨਹੀਂ ਲੱਗਦੀ, ਤਾਂ ਕਿ ਇਹ ਉਹਨਾਂ ਲੋਕਾਂ ਵਾਸਤੇ ਕਿ ਜਿਹੜੇ ਦਵਾਈਆਂ ਸ਼ਵਾਈਆਂ ਨਹੀਂ ਲੈ ਸਕਦੇ, ਕਿਸੇ ਹਕੀਮ ਕੋਲ ਨਹੀਂ ਜਾ ਸਕਦੇ, ਕਿਸੇ ਕੋਲ ਆਪਣਾ ਪਰਦੇਦਾਰ ਔਰਤਾਂ ਨੇ, ਤੇ ਇਹ ਉਹ ਜ਼ਰਾ ਗੌਰ ਫਿਕਰ ਨਾਲ ਜਿਨ੍ਹਾਂ ਨੂੰ ਔਲਾਦ ਦਾ ਮਸਲਾ ਹੈ ਉਹ ਜ਼ਰਾ ਇਹ ਗੱਲ ਨੂੰ ਗੌਰ ਨਾਲ ਸੁਣਨ। ਇੱਟ ਸਿੱਟ ਦੀ ਤੁਸੀਂ ਜੜ ਲੈ ਲੈਣੀ ਹੈ। ਬਾਹਰੋਂ ਜਾਂਦੇ ਹੋ ਉਤੋਂ ਇੱਟ ਸਿੱਟ ਦੀ ਜੜ ਨੂੰ ਲੈ ਕੇ ਤਕਰੀਬਨ ਇਤਨੀ ਜੀ ਮੋਟੀ ਹੋਵੇ ਜੜ, ਜ਼ਿਆਦਾ ਮੋਟੀ ਨਾ ਹੋਵੇ। ਤਕਰੀਬਨ ਜੜ ਜਿਹੜੀ ਹੈ ਨਾ ਇਹ ਇੰਨੀ ਕੁ ਮੋਟੀ ਹੈ, ਇਹ ਤਕਰੀਬਨ ਇਹ ਇੰਨੀ ਕੁ ਮੋਟੀ ਲਾ ਲਓ, ਇਹ ਨਜ਼ਰ ਆ ਰਹੀ, ਇੰਨੀ ਕੁ ਮੋਟੀ ਜੜ ਹੋਵੇ, ਇਸ ਤੋਂ ਜ਼ਿਆਦਾ ਮੋਟੀ ਨਹੀਂ ਲੈਣੀ ਹੈ। ਜੜ ਲੈ ਲੈਣੀ ਹੈ। ਜੜ ਲੈਣ ਤੋਂ ਬਾਅਦ ਉਹਨੂੰ ਸਾਫ਼ ਕਰ ਲੈਣਾ। ਸਾਫ਼ ਕਰਨ ਤੋਂ ਬਾਅਦ ਇਹਨੂੰ ਰਹਿਮ ਦੇ ਅੰਦਰ ਤੁਸੀਂ ਰੱਖ ਲੈਣਾ ਔਰ ਤਕਰੀਬਨ ਰਾਤ ਨੂੰ ਰੱਖ ਕੇ ਤਕਰੀਬਨ 2 ਤੋਂ 3 ਘੰਟੇ ਜਾਂ 4 ਘੰਟੇ ਤੁਸੀਂ ਇਹਨੂੰ ਉਹਦੇ ਅੰਦਰ ਰਹਿਮ ਦੇ ਅੰਦਰ ਰੱਖਣਾ ਹੈ। ਰੱਖਣ ਤੋਂ ਬਾਅਦ ਜਿਨ੍ਹਾਂ ਨੂੰ ਮਾਹਵਾਰੀ ਦਾ ਮਸਲਾ ਹੈ ਨਾ, ਉਹਨਾਂ ਨੂੰ ਜਿਹੜੀ ਖੁੱਲ ਖਿਲਾ ਕੇ ਜਿਹੜੇ ਨੇ ਨਾ ਉਹਨਾਂ ਨੂੰ ਹਾਜਤ ਹੋਏਗੀ ਉਹਦੀ। ਕਿਉਂ ਜੀ ਹਕੀਮ ਸਾਹਿਬ? ਠੀਕ ਹੈ। ਤੇ ਉਹਨਾਂ ਨੂੰ ਫਿਰ ਅਗਰ ਬੇਔਲਾਦੀ ਦਾ ਮਸਲਾ ਹੋਏਗਾ ਉਹ ਵੀ ਉਹਨਾਂ ਦਾ ਠੀਕ ਹੋ ਜਾਏਗਾ। ਕੁਝ ਔਰਤਾਂ ਨੂੰ, ਕੁਝ ਖਵਾਤੀਨ ਨੂੰ ਜਿਹੜਾ ਨਾ ਇਹ ਜਿਹੜੇ ਰੁਕੇ ਹੁੰਦੇ ਨੇ, ਮਸਾਮ ਬੰਦ ਹੁੰਦੇ ਨੇ ਨਾ, ਉਹਨਾਂ ਦੀ ਵਜ੍ਹਾ ਤੋਂ ਕਈਆਂ ਔਰਤਾਂ ਦੇ ਮਸਲੇ ਮਸਾਇਲ ਰੁਕੇ ਹੁੰਦੇ ਨੇ, ਉਹਨਾਂ ਨੂੰ ਬੇਔਲਾਦੀ ਦਾ ਜਿਹੜਾ ਨਾ ਮਸਲਾ ਹੁੰਦਾ ਹੈ, ਬਾਝਪਨ ਦਾ, ਉਹ ਵੀ ਠੀਕ ਹੋ ਜਾਏਗਾ ਇਹਦੇ ਨਾਲ। ਔਰ ਦੂਸਰੀ ਜਿਹੜੀ ਚੀਜ਼ ਹੈਗੀ ਹੈ ਕਿ ਜਿਹੜੀਆਂ ਔਰਤਾਂ ਨੂੰ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਦੇਖੋ ਇਹਨੂੰ ਨੁਸਖਾ ਉਹ ਬੀਬੀ ਇਸਤੇਮਾਲ ਕਰੇ, ਇਹ ਤੁਹਾਡੇ ਕੋਲ ਨੁਸਖਾ ਜਿਹੜਾ ਤੁਹਾਨੂੰ ਦੱਸ ਦਿੱਤਾ ਹੈ ਨਾ, ਇਹਨੂੰ ਕੋਈ ਐਸੀਆਂ ਔਰਤਾਂ ਇਸਤੇਮਾਲ ਨਾ ਕਰਨ ਤਾਂ ਕਿ ਜਿਨ੍ਹਾਂ ਨੇ ਆਪਣਾ ਬੱਚਾ ਨੂੰ ਜ਼ਾਇਆ ਕਰਨਾ, ਤੋਬਾ ਨੌਜ਼ ਬਿੱਲਾ, ਤੇ ਇਹੋ ਜਿਹਾ ਜ਼ੁਲਮ ਨਾ ਕਰਨਾ। ਤਾਂ ਕਿ ਮੈਂ ਜਿਹੜਾ ਨੁਸਖਾ ਦੱਸਦਾ ਨਾ, ਨੁਸਖਾ 100% ਕੰਮ ਕਰਨ ਵਾਲਾ ਹੁੰਦਾ ਹੈ। ਇਹਨੂੰ ਐਸੀਆਂ ਔਰਤਾਂ ਇਸਤੇਮਾਲ ਨਾ ਕਰਨ ਤਾਂ ਕਿ ਇਹ ਜਿਹਦੀ ਵਜ੍ਹਾ ਤੋਂ ਬੱਚਾ ਹੀ ਬੱਚਾ ਜਿਹਨੂੰ ਹੋਣ ਵਾਲਾ ਉਹ ਵੀ ਇਸਤੇਮਾਲ ਨਾ ਕਰੇ, ਤਾਂ ਕਿ ਇਹਦੇ ਨਾਲ ਬੱਚਾ ਵੀ ਜ਼ਾਇਆ ਹੁੰਦਾ ਡਰ ਹੈ। ਕਿਉਂਕਿ ਬਹੁਤ ਜ਼ਿਆਦਾ ਗਰਮ ਇਹਨੇ ਮਸਾਮ ਖੋਲ ਦੇਣੇ ਨੇ ਅੰਦਰ ਜਾ ਕੇ। ਜਿਨ੍ਹਾਂ ਨੂੰ ਮਾਹਵਾਰੀ ਦਾ ਮਸਲਾ ਹੈ ਨਾ, ਉਹਨਾਂ ਦੀ ਮਾਹਵਾਰੀ ਖੁੱਲ ਖਿਲਾ ਕੇ ਆਏਗੀ। ਔਰ ਮੈਨੂੰ ਦੁਆਵਾਂ ਦੇਣੀਆਂ ਕਿ ਵਾਕਈ ਇਹ ਜਿਹੜੇ ਕਿੱਲ ਸ਼ਾਹੀਆਂ ਦਾਗ, ਜਿਸਮ ਫੁੱਲਣਾ ਸ਼ੁਰੂ ਹੋ ਜਾਣਾ, ਖਵਾਤੀਨ ਦਾ ਅਸੀਂ ਅਕਸਰ ਦੇਖਦੇ ਹਾਂ ਜਿਸਮ ਫੁੱਲਣਾ ਸ਼ੁਰੂ ਹੋ ਜਾਂਦਾ ਹੈ, ਮਾਹਵਾਰੀ ਰਹਿੰਦੀ ਉਹਨਾਂ ਦੇ ਅੰਦਰ, ਚਿਚੜਾ ਬਣ ਰਹਿੰਦਾ ਉਹਨਾਂ ਨੂੰ, ਮਾਹਵਾਰੀ ਉਹਨਾਂ ਨੂੰ ਖੁੱਲ ਖਿਲਾ ਕੇ ਆਉਂਦੀ ਹੀ ਨਹੀਂ। ਇੱਟ ਸਿੱਟ ਆਮ ਜੜੀ ਬੂਟੀ ਹੈ, ਬਾਹਰੋਂ ਮਿਲ ਜਾਂਦੀ ਹੈ, ਤੁਸੀਂ ਉਹਦੀ ਜੜ ਲੈਣੀ, ਜੜ ਨੂੰ ਸਾਫ਼ ਕਰਕੇ ਉਹਦੇ ਉੱਤੇ ਤੁਸੀਂ ਉਹ ਜਿਹੜੀ ਕਰੀਮ ਜੀ ਮਿਲਦੀ ਉਹ ਉੱਤੇ ਲਾ ਲੈਣੀ ਤਾਂ ਕਿ ਨਰਮ ਹੋ ਜਾਏ, ਨੁਕਸਾਨ ਨਾ ਦੇਵੇ। ਇਹ ਉਂਗਲ ਜਿੰਨੀ ਬਰੀਕ, ਇਹ ਆਪਣਾ ਪੈਨਸਲ ਜਿੰਨੀ ਬਰੀਕ ਹੋਵੇ। ਅੱਛਾ, ਇੱਟ ਸਿੱਟ ਦੀ ਜਿਹੜੀ ਜੜ ਲੈਣੀ ਹੈ ਨਾ, ਇੱਧਰ ਦੇਖੋ, ਇਹ ਇੰਨੀ ਕੁ ਤੁਸੀਂ ਨਾ ਵੈਕਸੀਨ ਲੈ ਕੇ ਨਾ ਇੱਧਰ ਦੇਖੋ ਇਸ ਤਰੀਕੇ ਦੇ ਨਾਲ ਲਾ ਲੈਣੀ ਹੈ। ਇਸ ਤਰ੍ਹਾਂ ਇਹ ਨਰਮ ਹੋ ਗਈ। ਇਹ ਇਸ ਤਰੀਕੇ ਦੇ ਨਾਲ ਇਹਨੂੰ ਲਾਣਾ। ਇਹ ਦੇਖੋ ਇਹ ਨਰਮ ਹੋ ਗਈ। ਇਹਨੂੰ ਸ਼ਰਮਗਾਹ ਦੇ ਅੰਦਰ ਰੱਖ ਲੈਣਾ। ਸ਼ਰਮ 'ਚ ਕੋਈ ਸ਼ਰਮ ਨਹੀਂ।
ਮਸਲੇ 'ਚ ਕੋਈ ਹਯਾ ਨਹੀਂ, ਉਹਨਾਂ ਕੋਲੋਂ ਪੁੱਛ ਕੇ ਵੇਖਿਆ ਕਰੋ ਜਿਨ੍ਹਾਂ ਨੂੰ ਇਹ ਮਰਜ਼ਾਂ ਲੱਗ ਜਾਂਦੀਆਂ ਨੇ, ਅੱਲਾਹ ਤਾਲਾ ਦੁਸ਼ਮਣ ਨੂੰ ਵੀ ਨਾ ਲਾਵੇ। ਜਿਨ੍ਹਾਂ ਨੂੰ ਮਾਹਵਾਰੀ ਨਹੀਂ ਨਾ ਖੁੱਲ੍ਹ ਕੇ ਆਉਂਦੀ, ਇਹਨੂੰ ਰਹਿਮ ਦੇ ਅੰਦਰ ਇੱਟ-ਸਿੱਟ ਨੂੰ ਆਪਣਾ ਉਹਦੀ ਜੜ੍ਹ ਲੈ ਕੇ ਉਹਨੂੰ ਸਾਫ਼ ਕਰਕੇ ਬਿਲਕੁਲ, ਉਹਦੇ ਉੱਤੇ ਤੁਸੀਂ ਇਹ ਜਿਹੜੀ ਇਹ ਆਪਣਾ ਕਰੀਮ ਲਾ ਕੇ, ਵੈਕਸੀਨ ਜਿਹੜੀ ਇਹਨੂੰ ਲਾ ਕੇ ਉਹਦੇ ਅੰਦਰ ਰਹਿਮ ਦੇ ਅੰਦਰ ਰੱਖੋ। ਠੀਕ 4 ਘੰਟੇ ਤੋਂ ਬਾਅਦ ਜਿਹੜੀ ਮਾਹਵਾਰੀ ਤੁਹਾਨੂੰ ਬਿਲਕੁਲ ਖੁੱਲ੍ਹ ਕੇ ਆਏਗੀ। ਖੁੱਲ੍ਹ ਖਿਲਾ ਕੇ ਜਿਨ੍ਹਾਂ ਦੇ ਜਿਸਮ ਫੁੱਲ ਗਏ ਨੇ, ਜਿਨ੍ਹਾਂ ਨੂੰ ਚਿਚੜਾਪਨ, ਛਾਈਆਂ, ਦਾਗ, ਦੱਬੇ ਰਹਿੰਦੇ ਨੇ, ਪਰੇਸ਼ਾਨ ਰਹਿੰਦੇ ਨੇ, ਡਿਪਰੈਸ਼ਨ ਦੇ ਮਰੀਜ਼ ਹੋ ਗਏ ਨੇ, ਜਿਹੜੇ ਨੇ ਬੱਚਿਆਂ ਨੂੰ ਵੀ ਕੁੱਟ-ਕੁੱਟ ਕੇ ਜਿਹੜੀਆਂ ਮਾਵਾਂ ਭੈਣਾਂ ਮਾਰ ਦਿੰਦੀਆਂ ਨੇ ਕਿ ਲੜਾਈ ਝਗੜੇ ਫਸਾਦ, ਕਿਉਂਕਿ ਉਹਨਾਂ ਦੇ ਵੱਸ 'ਚ ਕੋਈ ਨਹੀਂ, ਉਹਨਾਂ ਨੂੰ ਮਰਜ਼ ਐਸੀ ਲੱਗ ਜਾਂਦੀ ਹੈ। ਤੇ ਮਾਹਵਾਰੀ ਵਾਲੀਆਂ ਬੀਬੀਆਂ ਮੇਰੀ ਇਹ ਵੀਡੀਓ ਨੂੰ ਸੇਵ ਕਰ ਲੈਣ। ਅਗਰ ਕਿਸੇ ਚੀਜ਼ ਦੀ ਸਮਝ ਨਾ ਲੱਗੇ ਤੇ ਮੇਰੀਆਂ ਭੈਣਾਂ ਮੈਨੂੰ ਜਿਹੜੀਆਂ ਨਾ ਖੁੱਲ੍ਹ ਖਿਲਾ ਕੇ ਫ਼ੋਨ ਕਰ ਸਕਦੀਆਂ, ਮੈਂ ਤੁਹਾਨੂੰ ਸਮਝਾ ਦਿਆਂਗਾ। ਮਜ਼ੀਦ ਕੋਈ ਗੱਲ ਹੋਈ ਤੇ ਲੈਣੀ ਇੱਟ ਸਿੱਟ ਹੈਗੀ ਹੈ, ਆਮ ਲੱਭ ਜਾਂਦੀ ਹੈ ਬਾਹਰੋਂ, ਜੰਗਲਾਂ ਦੇ ਅੰਦਰੋਂ, ਪੈਲੀਆਂ ਦੇ ਅੰਦਰ ਬਾਹਰ ਲੱਗੀ ਹੁੰਦੀ, ਨਾ ਲੱਭੇ ਤੇ ਪੰਸਾਰੀ ਕੋਲੋਂ ਵੀ ਲੱਭ ਜਾਂਦੀ ਹੈ। ਤੁਸੀਂ ਪੰਸਾਰ ਸਟੋਰ 'ਤੇ ਵੀ ਜਾ ਕੇ ਕਹਿ ਸਕਦੇ ਹੋ ਕਿ ਇੱਟ ਸੁੱਟ ਦੀ ਸਾਨੂੰ ਜੜ੍ਹ ਦੇ ਦੇ, ਤੇ ਇੱਟ ਸਿੱਟ ਦੀ ਜੜ੍ਹ ਲਵੋ ਤੇ ਜੜ੍ਹ ਲੈ ਕੇ ਤੇ ਜਿਨ੍ਹਾਂ ਨੂੰ ਮਾਹਵਾਰੀ ਖੁੱਲ੍ਹ ਕੇ ਨਹੀਂ ਆਉਂਦੀ, ਉਹ ਮਾਹਵਾਰੀ ਦੇ ਰਹਿਮ ਦੇ ਅੰਦਰ ਇਹਨੂੰ ਰੱਖੋ ਤੇ ਸ਼ਰਮਗਾਹ ਦੇ ਅੰਦਰ, ਤੇ ਉਸ ਤੋਂ ਬਾਅਦ ਤੁਸੀਂ 4 ਤੋਂ 5 ਘੰਟੇ ਰੱਖੋ। ਇਹਦੇ ਨਾਲ ਬੱਚਾ ਵੀ ਜ਼ਾਇਆ ਹੋ ਜਾਂਦਾ। ਅਗਰ ਜਿਨ੍ਹਾਂ ਲੋਕਾਂ ਨੂੰ ਬੱਚਾ ਹੋਣ ਵਾਲਾ ਹੈ ਨਾ, ਉਹ ਨਾ ਰੱਖਣਾ ਇਹਨੂੰ ਬਿਲਕੁਲ ਵੀ, ਗਲਤੀ ਨਾਲ ਵੀ, ਭੁੱਲ ਕੇ ਵੀ ਤਜਰਬਾ ਟਰਾਈ ਨਾ ਕਰਨਾ। ਤੇ ਇਹਨੂੰ ਸਿਰਫ ਆਪਣਾ ਮਕਸਦ ਜਿਨ੍ਹਾਂ ਨੂੰ ਇਹ ਮਰਜ਼ ਹੈ ਨਾ, ਸਿਰਫ ਉਹ ਬੀਬੀਆਂ ਇਹਨੂੰ ਇਸਤੇਮਾਲ ਕਰਨ, ਬਾਕੀ ਇਹਨੂੰ ਕੋਈ ਚਸਕੇ ਵਾਸਤੇ ਇਸਤੇਮਾਲ ਨਾ ਕਰੇ, ਤਾਂ ਕਿ ਇਹ ਗਰਮ ਬਹੁਤ ਜ਼ਿਆਦਾ ਹੈ। ਕਿਉਂਕਿ ਇਹਨੂੰ ਜਦੋਂ ਰਹਿਮ ਦੇ ਅੰਦਰ ਬੀਬੀਆਂ ਰੱਖਦੀਆਂ ਨੇ ਨਾ, ਇਹਦੇ ਨਾਲ ਲੱਜਤ ਵੀ ਬੜੀ ਆਉਂਦੀ ਹੈ। ਫਿਰ ਉਹ ਨਾ ਹੁਣ ਕਹਿੰਦੇ ਤੇ ਪੱਕੀਆਂ ਹੀ ਹੋ ਜਾਣ। ਇਹ ਉਹਨਾਂ ਬੀਬੀਆਂ ਵਾਸਤੇ, ਸਮਝਦਾਰਾਂ ਵਾਸਤੇ, ਇਹ ਉਹ ਖਤੂਨਾਂ ਦੇਖਣ ਜਿਹੜੀਆਂ ਇਸ ਚੀਜ਼ ਦਾ ਇਲਮ ਰੱਖਦੀਆਂ ਨੇ। ਕਿਉਂਕਿ ਪੁਰਾਣੀਆਂ ਜਿਹੜੀਆਂ ਸਾਡੀਆਂ ਮਾਵਾਂ ਹੁੰਦੀਆਂ ਸਨ ਨਾ, ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਬਹੁਤ ਪਤਾ ਸੀ। ਅੱਜ ਕੱਲ੍ਹ ਦੀਆਂ ਬੱਚੀਆਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦੇ ਬਾਰੇ। ਤੇ ਜਿਹੜੀਆਂ ਬੀਬੀਆਂ ਜਾਂ ਜਿਹੜੀਆਂ ਪੁਰਾਣੀਆਂ ਮਾਵਾਂ ਸਾਡੀਆਂ ਨੇ ਨਾ, ਉਹ ਇਹਨਾਂ ਚੀਜ਼ਾਂ ਨੂੰ ਸਮਝਦੀਆਂ ਨੇ। ਉਹ ਬੱਚਿਆਂ ਨੂੰ ਹਿਕਮਤ ਅਮਲੀ ਦੇ ਨਾਲ ਇਹ ਚੀਜ਼ ਨੂੰ ਇਸਤੇਮਾਲ ਕਰਾਉਣ। ਇਹ ਪੈਨਸਲ ਨਾਲ ਮੇਰਾ ਸਮਝਾਉਣ ਦਾ ਮਕਸਦ ਹੈ। ਅਸਲ ਇੱਟ ਸਿੱਟ ਜਿਹੜੀ ਲੈਣੀ, ਉਹ ਮੋਟੀ ਇੰਨੀ ਕੁ ਹੋਵੇ, ਇੰਨੀ ਕੁ ਮੋਟੀ ਹੋਵੇ, ਇਸ ਤੋਂ ਜ਼ਿਆਦਾ ਮੋਟੀ ਨਾ ਹੋਵੇ। ਉਹਨੂੰ ਰਹਿਮ ਦੇ ਅੰਦਰ ਰੱਖ ਲਓ। 4 ਘੰਟੇ ਤੋਂ ਬਾਅਦ ਮਾਹਵਾਰੀ ਤੁਹਾਨੂੰ ਇੰਨੀ ਕੁ ਖੁੱਲ੍ਹ ਕੇ ਆਏਗੀ। ਮੇਰੇ ਵਾਸਤੇ ਦੁਆ ਕਰ ਦੇਣਾ। ਬਹੁਤ ਸ਼ੁਕਰੀਆ। ਔਰ ਅਗਰ ਸਮਝ ਨਾ ਲੱਗੇ ਤੇ ਉਹਦੇ ਵਾਸਤੇ ਮੇਰਾ ਨੰਬਰ ਨੋਟ ਕਰ ਲਓ, 0318 100 ਪੂਰਾ 5378, 0300 ਪੂਰਾ 8575 378, 0307 55 55 523, 0308 55 523। ਇਹਨਾਂ ਨੰਬਰਾਂ ਤੇ ਰਾਬਤਾ ਕਰੋ। ਔਰ ਕਿਸੇ ਕਿਸਮ ਦਾ ਵੀ ਕੋਈ ਮਸ਼ਵਰਾ ਕਰਨਾ ਚਾਹੁੰਦੇ ਹੋ, ਹਕੀਮ ਯਾਸਿਨ ਤੁਹਾਡੀ ਖਿਦਮਤ 'ਚ ਹਾਜ਼ਰ। अस्सलाम वालेकुम रहमतुल्लाहि व बरकातहू।